हाँ जी दोस्तों, वेलकम टू इंग्लिश लवर्स बाय हनीडी। सो थोड़ा बहुत बहुत स्वागत है थोड़े अपनी चैनल इंग्लिश लवर्स बाय हनीडी ते आपां जिद्दां कि प्रॉमिस कीता सी मैं कि मैं चौथे पार्ट बारे हुण वीडियो बनाऊँगा। ਤਾਂ ਆਪਾਂ ਪਹਿਲੇ ਪੁਆਇੰਟ 'ਤੇ ਗੱਲ ਕਰਦੇ ਹਾਂ। ਸਭ ਨੂੰ ਪਹਿਲੀ ਚੀਜ਼ ਜਿਹੜੀ ਸਾਡੇ ਦਿਮਾਗ ਦੇ ਵਿੱਚ ਬੈਠਣੀ ਚਾਹੀਦੀ ਹੈ ਉਹ ਇਹ ਹੈ ਕਿ ਜਦੋਂ ਫੋਰਥ ਪਾਰਟ ਸਟਾਰਟ ਹੋਣਾ ਹੈ, ਲਿਸਨਿੰਗ ਦਾ ਪਾਰਟ 4 ਸਟਾਰਟ ਹੋਣ ਤੋਂ ਪਹਿਲਾਂ ਸਾਡੇ ਕੋਲ ਕਿੰਨਾ ਸਮਾਂ ਹੁੰਦਾ ਹੈ ਕਿ ਆਪਾਂ ਕੁਐਸਚਨਸ ਨੂੰ ਪੜ੍ਹ ਸਕੀਏ। ਅਤੇ ਸਾਨੂੰ ਇਹ ਕਿਆ ਪਤਾ ਹੋਣਾ ਚਾਹੀਦਾ ਕਿ ਐਕਚੁਅਲੀ ਦੇ ਵਿੱਚ ਇਸ ਪਾਰਟ ਦੇ ਵਿੱਚ ਹੁੰਦਾ ਕੀ ਹੈ। ਠੀਕ ਹੈ, ਉਹਨੂੰ ਸਿੰਪਲੀਫਾਈਡ ਵੇ ਦੇ ਨਾਲ ਮੈਂ ਤੁਹਾਨੂੰ ਸਮਝਾਊਂਗਾ ਕਿ ਕਿਆ ਕਿਆ ਉਹਦੇ ਵਿੱਚ ਚੀਜ਼ ਹੁੰਦੀ ਹੈ ਅਤੇ ਕਿਵੇਂ ਆਪਾਂ ਉਸ ਚੀਜ਼ ਨੂੰ ਹੈਂਡਲ ਕਰ ਸਕਦੇ ਹਾਂ। ਚਲੋ ਸ਼ੁਰੂ ਕਰਦੇ ਹਾਂ। ਸਭ ਨੂੰ ਪਹਿਲੀ ਚੀਜ਼, ਜਿਹੜਾ ਸਾਡਾ ਇਸ ਪਾਰਟ ਤੋਂ ਪਹਿਲਾਂ ਵਾਲਾ ਸਮਾਂ ਹੈ, ਜਿਹੜਾ ਸਾਨੂੰ ਮਿਲਣਾ ਹੈ, ਥਰਡ ਪਾਰਟ ਦੇ ਕੁਐਸਚਨਸ ਦੇ ਆਨਸਰ ਜਿਹੜੇ ਅਸੀਂ ਅਟੈਂਪਟ ਕੀਤੇ ਨੇ ਉਹਨਾਂ ਨੂੰ ਚੈੱਕ ਕਰਨ ਦੇ ਲਈ ਉਹ ਸਾਡੇ ਕੋਲ ਤਕਰੀਬਨ 30 ਸੈਕਿੰਡਸ ਸਾਨੂੰ ਮਿਲਣੇ ਹੈ ਚੈੱਕ ਕਰਨ ਦੇ ਲਈ। 30 ਸੈਕਿੰਡਸ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਕਾਫੀ ਹੱਦ ਤੱਕ ਆਪਾਂ ਅਗਲੇ ਪਾਰਟ ਨੂੰ ਵੀ ਪੜ੍ਹ ਸਕਦੇ ਹਾਂ। ਜ਼ਰੂਰੀ ਨਹੀਂ ਆਪਾਂ ਕਿ ਉਹ ਪਿਛਲੇ ਕੁਐਸਚਨਸ ਨੂੰ ਹੀ ਚੈੱਕ ਕਰਨਾ ਹੈ, ਕਿਉਂਕਿ ਜਿਹੜੀ ਚੀਜ਼ ਇੱਕ ਵਾਰੀ ਅਟੈਂਪਟ ਹੋ ਜਾਂਦੀ ਹੈ, ਜੇ ਆਪਾਂ ਉਹਨੂੰ ਧਿਆਨ ਦੇ ਨਾਲ ਪੂਰੇ ਤਰੀਕੇ ਦੇ ਨਾਲ ਕਰੀਏ ਤਾਂ ਸਾਨੂੰ ਦੁਬਾਰਾ ਤੋਂ ਚੈੱਕ ਕਰਨ ਦੀ ਲੋੜ ਨਹੀਂ ਹੈ। ਸਿਰਫ ਜਦੋਂ ਤੁਸੀਂ 10 ਮਿੰਟ ਤੁਹਾਨੂੰ ਆਨਸਰਸ ਲਿਖਣ ਵੇਲੇ ਤੁਸੀਂ ਉਸ ਚੀਜ਼ ਨੂੰ ਧਿਆਨ ਦੇ ਨਾਲ ਕਿ ਜਿਹੜੇ ਤੁਸੀਂ ਆਨਸਰਸ ਲਿਖੇ ਆ ਉਹਨਾਂ ਦੇ ਸਪੈਲਿੰਗ ਸਹੀ ਨੇ, ਕਿਆ ਆਪਾਂ ਕੁਛ ਐਸੀ ES ਦੀ ਮਿਸਟੇਕ ਤਾਂ ਨਹੀਂ ਕਰ ਰਹੇ, ਜਾਂ ਫਿਰ ਜਿਵੇਂ ਕਿ ਜਿਹੜੀਆਂ ਵੀ ਮਤਲਬ ਆਨਸਰ ਰਿਲੇਟਡ ਕੁਐਰੀਜ਼ ਹੁੰਦੀਆਂ ਉਹ ਲਾਸਟ ਵਾਲੇ 10 ਮਿੰਟ 'ਚ ਜਦੋਂ ਤੁਸੀਂ ਆਨਸਰਸ ਲਿਖ ਰਹੇ ਹੁੰਦੇ ਉਦੋਂ ਕਰਨੀਆਂ ਹੁੰਦੀਆਂ ਨੇ। ਇਸ ਕਰਕੇ ਜਿਹੜਾ ਉਹ ਸਮਾਂ ਹੈ ਜਦੋਂ ਤੁਹਾਨੂੰ ਉਹ 30 ਸੈਕਿੰਡਸ ਥਰਡ ਪਾਰਟ ਨੂੰ ਚੈੱਕ ਕਰਨ ਲਈ ਦੇਵੇਗਾ, ਦੈਨ ਉਸ ਸਮੇਂ ਨੂੰ ਤੁਸੀਂ ਯੂਟੀਲਾਈਜ਼ ਕੁਛ ਹੋਰ ਕੰਮ ਲਈ ਕਰਨਾ ਹੈ। ਉਹ ਕੀ ਹੈ, ਤੁਸੀਂ ਉਸ ਟਾਈਮ ਦੇ ਵਿੱਚ ਸਕਿਮਿੰਗ ਕਰਨੀ ਸਟਾਰਟ ਕਰ ਦੇਣੀ ਹੈ। ਸਕਿਮਿੰਗ ਕਰਨੀ ਹੈ ਤੁਸੀਂ ਕਿਸ ਪਾਰਟ ਦੀ? ਤੁਸੀਂ ਕਰਨੀ ਹੈ ਚੌਥੇ ਪਾਰਟ ਦੀ ਸਕਿਮਿੰਗ। ਅਤੇ ਸਭ ਨਾਲੋਂ ਪਹਿਲਾਂ ਸਾਡਾ ਕੰਮ ਕੀ ਹੁੰਦਾ ਹੈ, ਸਭ ਨਾਲੋਂ ਪਹਿਲਾਂ ਮੁੱਦਾ ਹੀ ਇਹ ਆਉਂਦਾ ਹੈ ਕਿ ਆਪਾਂ ਕਿਆ ਚੀਜ਼ ਦੇਖਣੀ ਹੈ ਕਿ ਜਿਹਦੇ ਨਾਲ ਸਾਨੂੰ ਪਤਾ ਲੱਗੇ ਕਿ ਆਪਾਂ ਕਰਨਾ ਕਿਆ। ਸਭ ਨਾਲੋਂ ਪਹਿਲਾਂ ਸਾਨੂੰ ਪਤਾ ਕਿੱਥੋਂ ਲੱਗੂਗਾ ਕਿ ਆਪਾਂ ਕਰਨਾ ਕਿਆ ਹੈ। ਦੇਖੋ, ਜਿਹੜੀ ਚੀਜ਼ ਮੈਂ ਤੁਹਾਨੂੰ ਕਹੀ ਸੀ ਕਿ ਦੋ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ, ਸਕਿਮਿੰਗ ਅਤੇ ਸਕੈਨਿੰਗ ਇਕੱਠੀਆਂ ਚੱਲਦੀਆਂ ਨੇ। ਅਤੇ ਸਭ ਨੂੰ ਪਹਿਲਾਂ ਤਾਂ ਆਪਾਂ ਸਕੈਨ ਕਰਾਂਗੇ ਤਾਂ ਸਾਨੂੰ ਪਤਾ ਲੱਗ ਜਾਏਗਾ ਆਪਾਂ ਕਰਨਾ ਕੀ ਹੈ। ਸਾਡੇ ਕੋਲ ਜਿਹੜਾ ਆਨਸਰ ਆਏਗਾ ਉਹ 1 ਵਰਡ ਓਨਲੀ। ਇਹਦੇ ਵਿੱਚ ਕਈ ਵੇਲੇ 1 ਔਰ 2 ਵਰਡ ਵੀ ਲਿਖਿਆ ਜਾਂਦਾ ਜੇ, ਅਤੇ ਉਸ ਹਿਸਾਬ ਨਾਲ ਸਾਡਾ ਜਿਹੜਾ ਫਲੈਕਸੀਬਿਲਿਟੀ ਲੈਵਲ ਹੈ ਆਨਸਰ ਨੂੰ ਲੱਭਣ ਦੇ ਲਈ ਉਹ ਵੱਧ ਜਾਂਦਾ ਹੈ ਕਿ ਜੇਕਰ ਸਾਨੂੰ 2 ਵਰਡ ਦਿੱਤੇ ਗਏ ਹੈ ਤਾਂ ਆਪਾਂ ਟੈਨਸ਼ਨ ਫਰੀ ਹੋ ਕੇ 2 ਵਰਡ ਦਾ ਆਨਸਰ ਵੀ ਲੱਭ ਸਕਦੇ ਹਾਂ। ਪਰ ਆਮ ਤੌਰ 'ਤੇ ਜਿਹੜਾ ਲਾਸਟ ਪਾਰਟ ਹੈ ਉਹਦੇ ਵਿੱਚ 1 ਵਰਡ ਆਨਸਰ ਹੀ ਆਉਂਦੇ ਹੈ। ਅਤੇ ਪਰ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੈ ਕਿ ਇਹਦੇ ਵਿੱਚ 1 ਵਰਡ ਹੀ ਆਉਣਗੇ। ਹਰ ਤਰ੍ਹਾਂ ਦੀ ਕੈਟਾਗਰੀ ਆ ਸਕਦੀ ਹੈ। ਬਟ ਦ ਥਿੰਗ ਇਜ਼, ਆਮ ਤੌਰ 'ਤੇ ਇੱਥੇ ਆਪਾਂ ਜ਼ਿਆਦਾਤਰ ਦੇਖਦੇ ਹਾਂ ਫਿਲ ਇਨ ਦੀ ਬਲੈਂਕਸ। ਜੇ ਤਾਂ ਸਾਡੇ ਕੋਲ ਫਿਲ ਇਨ ਦੀ ਬਲੈਂਕਸ ਆ ਗਏ ਤਾਂ ਇਸ ਸਭ ਨਾਲ ਸੋਨੇ 'ਤੇ ਸੁਹਾਗਾ ਹੈ ਤੁਹਾਡੇ ਲਈ ਆਨਸਰ ਲੱਭਣ ਦੀ ਇੱਕ ਤਰ੍ਹਾਂ ਦੀ ਪਟਾਰੀ ਹੈ ਇਹ। ਇਹਦੇ ਨਾਲ ਤੋਂ ਸੌਖਾ ਕੋਈ ਕੁਐਸਚਨ ਤੁਹਾਡੇ ਕੋਲ ਹੋ ਨਹੀਂ ਸਕਦੇ ਨੇ। ਤੁਹਾਨੂੰ ਬੜੇ ਸਿਸਟਮੈਟਿਕ ਢੰਗ ਦੇ ਨਾਲ ਇਹ ਚੀਜ਼ ਸਮਝ ਆ ਸਕਦੀ ਹੈ। ਦੇਖੋ, ਮੈਂ ਤੁਹਾਨੂੰ ਕਿਹਾ ਸਟਾਰਟ ਕਿੱਥੋਂ ਕਰਨਾ, ਕਿ ਤੁਸੀਂ ਪਹਿਲਾਂ ਉਹ 30 ਸੈਕਿੰਡਸ ਹੈ ਜਿਹੜੀ ਸਕਿਮਿੰਗ ਕਰਨੀ ਅਤੇ ਸਕੈਨਿੰਗ ਕਰਨੀ। ਸਭ ਨਾਲੋਂ ਪਹਿਲਾਂ ਕਰਨੀ ਹੈ ਸਕੈਨਿੰਗ। ਸਾਨੂੰ ਪਤਾ ਲੱਗ ਗਿਆ ਇਹ ਲੈਬਰਿੰਥ ਨਾਮ ਦੀ ਚੀਜ਼ ਦੀ ਗੱਲ ਕਰਦੇ ਆ। ਲੈਬਰਿੰਥ ਦਾ ਤੁਹਾਨੂੰ ਮੀਨਿੰਗ ਪਤਾ ਹੋਣਾ ਚਾਹੀਦਾ ਹੈ ਕਿ ਲੈਬਰਿੰਥ ਵੈਸੇ ਤਾਂ ਪੜ੍ਹਿਆ ਵਾ ਅੱਖਰ ਹੈ, ਤਾਂ ਇਹਨੂੰ ਆਪਾਂ ਮੇਜ਼ ਵੀ ਬੋਲ ਸਕਦੇ ਹਾਂ। ਤਾਂ ਕਿ ਜਿਵੇਂ ਜ਼ਿਗਜ਼ੈਗ ਪਾਥ ਦੇ ਵਿੱਚ ਜਿਵੇਂ ਕੋਈ ਚੀਜ਼ ਹੁੰਦੀ ਹੈ ਲੈਬਰਿੰਥ ਵਗੈਰਾ ਉਹਨੂੰ ਕਹਿ ਦਿੰਦੇ ਆਪਾਂ, ਜਾਂ ਕੋਈ ਚੀਜ਼ ਦਾ ਪਜ਼ਲ ਹੋਵੇ ਜਿਹੜਾ ਕਨਫਿਊਜ਼ ਕਰੇ, ਉੱਦਾਂ ਦੀ ਚੀਜ਼ਾਂ ਨੂੰ ਆਪਾਂ ਲੈਬਰਿੰਥ ਵਗੈਰਾ ਕਹਿੰਦੇ ਹਾਂ। ਅਤੇ ਚਲੋ ਇਹ ਤਾਂ ਹੋ ਗਈ ਗੱਲ ਇਕੱਲੇ ਟਾਈਟਲ ਦੀ। ਫਿਰ ਆਪਾਂ ਸਕੈਨ ਬਾਕੀ ਚੀਜ਼ਾਂ ਵੀ ਕਰਨੀਆਂ ਕਿ ਇਹ 'ਚ ਕੀ ਦੱਸਿਆ ਗਾ, ਡੈਫੀਨੇਸ਼ਨ, ਉਹਦੀ ਡੈਫੀਨੇਸ਼ਨ ਬਾਰੇ ਗੱਲ ਕੀਤੀ ਹੈ। ਫਿਰ ਲੈਬਰਿੰਥ ਕੰਪੇਅਰਡ ਵਿਦ ਮੇਜ਼ ਤੁਹਾਨੂੰ ਦੱਸਿਆ ਕਿ ਮੇਜ਼ ਵੀ ਕਿਆ ਹੁੰਦਾ, ਜ਼ਿਗਜ਼ੈਗ ਪਾਥ, ਤਾਂ ਉਹਨਾਂ ਨੂੰ ਕੰਪੇਅਰ ਕੀਤਾ ਗਿਆ। ਅਤੇ ਤੀਸਰੀ ਚੀਜ਼ ਸਾਡੇ ਕੋਲ ਹੈ ਅਰਲੀ ਐਗਜ਼ਾਮਪਲ ਆਫ ਦਾ ਲੈਬਰਿੰਥ ਸਪਾਇਰਲ। ਅਤੇ ਪਹਿਲੀਆਂ ਐਗਜ਼ਾਮਪਲਾਂ ਉਹਦੇ ਵਿੱਚ ਕਿਆ ਨੇ, ਠੀਕ ਹੈ। ਇਹ ਮਤਲਬ ਮੁੱਢ ਦੀ ਅੰਗਰੇਜ਼ੀ ਤਾਂ ਤੁਹਾਨੂੰ ਆਉਣੀ ਚਾਹੀਦੀ ਹੈ, ਤਾਂ ਹੀ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ। ਜੇਕਰ ਤੁਹਾਨੂੰ ਮੁੱਢ ਦੀ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਹਾਨੂੰ ਗ੍ਰਾਮਰ ਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਪਵੇਗਾ। ਜੇ ਆਪਣੀ ਗ੍ਰਾਮਰ ਨੂੰ ਸਟਰੋਂਗ ਕਰਨਾ ਚਾਹੁੰਦੇ ਹੋ ਤਾਂ ਮੇਰੇ ਕੋਲ ਇੱਕ ਪਲੇਲਿਸਟ ਮੈਂ ਤਿਆਰ ਕੀਤੀ ਹੋਈ ਹੈ ਜਿਹੜੇ ਬੱਚਿਆਂ ਨੇ ਗ੍ਰਾਮਰ ਇਕੱਲੀ ਸਿੱਧੀ ਸਿੱਖਣੀ ਹੈ।
ਤਾਂ you can just WhatsApp me or you can just message me in the comment section and tell me that you require that one. I'll provide that link to you and you can just go through all those lessons, grammar lessons that I have created for the students. ਜਿਹੜੇ ਵੀ ਆਪਾਂ ਬਣਾਏ ਨੇ ਉਹ ਤੁਸੀਂ ਉਹਦੇ ਗੋ ਥਰੂ ਹੋ ਸਕਦੇ ਹੋ। ਪਰ ਹੁਣ ਕਿਆ ਗੱਲ ਆਉਂਦੀ ਹੈ ਕਿ ਜਦੋਂ ਇਹ ਸਾਡੇ ਸਾਹਮਣੇ ਕੁਐਸਚਨ ਇੱਦਾਂ ਦੇ ਆਉਂਦੇ ਨੇ ਤਾਂ ਸਾਨੂੰ ਕਿਆ ਕਰਨਾ ਚਾਹੀਦਾ, ਉੱਥੇ ਸਾਡੇ ਦਿਮਾਗ ਦੇ ਵਿੱਚ ਕੀ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਸਕੈਨਿੰਗ ਕਰ ਲਈ, ਵਾਕਿੰਗ ਲੈਬਰਿੰਥ, ਫਿਰ ਲਾਇਬਰਿੰਥ ਨਾਓ ਡੇਜ਼ ਅੱਜ ਕੱਲ੍ਹ ਕਿਵੇਂ ਦੇ ਹੈ, ਇਹ ਤਾਂ ਹੋ ਗਈ ਸਾਡੀ ਸਕੈਨਿੰਗ। ਫਿਰ ਆ ਗਈ ਸਾਡੀ ਸਕਿਮਿੰਗ। ਹੁਣ ਦੇਖੋ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਨੇ, ਨੈਵਰ ਲੀਵ ਦ ਪਾਰਟ ਵੇਅਰ ਆਨਸਰ ਇਜ਼ ਨਾਟ ਗਿਵਨ। ਉਸ ਪਾਰਟ ਨੂੰ ਕਦੇ ਬਿਨਾਂ ਪੜ੍ਹੇ ਛੱਡਣਾ ਨਹੀਂ ਹੈਗਾ। ਬਿਨਾਂ ਪੜ੍ਹੇ ਮਤਲਬ ਐ ਨਹੀਂ ਹੈ ਕਿ ਉਹਦੀ ਵੇਟ ਨਹੀਂ ਕਰਨੀ। ਜਦੋਂ ਉਹਨੇ ਬੰਦੇ ਨੇ ਬੋਲਣਾ ਵੀ ਸ਼ੁਰੂ ਕਰਨਾ, ਇਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖੋਗੇ, ਜਦੋਂ ਉਹਨੇ ਬੰਦੇ ਨੇ ਬੋਲਣਾ ਸ਼ੁਰੂ ਕਰਨਾ ਅਤੇ ਨਾਲ ਦੀ ਨਾਲ ਤੁਸੀਂ ਉਸ ਬੰਦੇ 'ਤੇ ਚੱਲਣਾ। ਕੋਈ ਐਸੀ ਲਾਈਨ ਜਿਹਦੇ ਵਿੱਚ ਆਨਸਰ ਨਹੀਂ ਵੀ ਹੈਗਾ ਉਹਨੂੰ ਵੀ ਬੜੇ ਧਿਆਨ ਨਾਲ ਸੁਣਨਾ ਅਤੇ ਨਾਲ ਦੇ ਨਾਲ ਜੇ ਚੱਲਦੇ ਰਹੋਗੇ ਤੁਹਾਡੇ ਆਨਸਰਸ ਵੀ ਤੁਹਾਨੂੰ ਗ੍ਰੈਸਪ ਹੋਊਗੇ। ਦੂਜੀ ਚੀਜ਼ ਕੀ ਹੈ ਕਿ ਤੁਸੀਂ ਸਟਰੈਸ 'ਤੇ ਦੇਖਣਾ। ਤੁਹਾਡੇ ਜਿਹੜੇ ਆਨਸਰਸ ਦੇ ਉੱਤੇ ਆਮ ਤੌਰ 'ਤੇ ਕਿਆ ਦਿੱਤੀ ਹੋਏਗੀ, ਉਹਨਾਂ ਦੇ ਉੱਤੇ ਸਟਰੈਸ ਦਿੱਤੀ ਹੋਏਗੀ। ਆਮ ਤੌਰ 'ਤੇ ਤੁਹਾਨੂੰ ਸਿੰਪਲੀ ਤੁਹਾਨੂੰ ਉਹ ਤੋਂ ਪਤਾ ਲੱਗ ਜਾਏਗਾ ਕਿ ਆਨਸਰਸ ਕਿਵੇਂ ਆਉਂਦੇ ਨੇ। ਹੁਣ ਗੱਲ ਆਉਂਦੀ ਬੈਕ ਟੂ ਦ 30 ਸੈਕਿੰਡਸ। ਜਦੋਂ ਮੈਂ 30 ਸੈਕਿੰਡਸ ਦੇ ਵਿੱਚ ਸਕਿਮਿੰਗ, ਮੰਨ ਲਓ ਮੇਰਾ 30 ਸੈਕਿੰਡ ਸਕੈਨਿੰਗ 'ਤੇ ਹੀ ਲੱਗ ਗਿਆ ਅਤੇ ਮੈਂ ਇਹੀ ਸਮਝਦਾ ਰਹਿ ਗਿਆ ਕਿ ਭਾਈ ਇਹਦੇ ਵਿੱਚ ਕੀ ਦਿੱਤਾ ਵਾ, ਡੈਫੀਨੇਸ਼ਨ ਹੈ ਵਗੈਰਾ ਵਗੈਰਾ ਫਲਾਨਾ ਧਮਕੜਾ ਜੋ ਵੀ ਹੈਗਾ ਹੈ। ਇਸ ਤੋਂ ਬਾਅਦ ਸਾਡਾ ਕੰਮ ਕੀ ਆਉਂਦਾ, ਆਪਾਂ ਸਕਿਮਿੰਗ ਕਰਨੀ ਹੈ ਅਤੇ ਫਿਰ ਉਹਦੇ ਵਿੱਚ ਆਪਾਂ 1 ਮਿੰਟ ਸਾਨੂੰ ਮਿਲੇਗਾ ਪੂਰਾ। ਮੈਂ ਜੋ ਕਾਊਂਟ ਕਰਕੇ ਦੇਖਿਆ ਹੈ, ਜਿਵੇਂ ਕਿ ਆਪਣੇ ਬੱਚਿਆਂ ਨੂੰ ਵੀ ਜਿਵੇਂ ਪੜ੍ਹਾਉਂਦੇ ਹੈ ਤਾਂ ਉਹਨਾਂ ਨੂੰ 1 ਮਿੰਟ, ਮਿੰਟਸ ਨਹੀਂ 1 ਮਿੰਟ, ਅਤੇ 1 ਮਿੰਟ ਦਾ ਟਾਈਮ ਜਿਹੜਾ ਤੁਹਾਨੂੰ ਮਿਲਦਾ ਹੈ ਅਤੇ 1 ਮਿੰਟ ਦੇ ਟਾਈਮ ਦੇ ਵਿੱਚ ਕਾਫੀ ਹੱਦ ਤੱਕ ਆਪਾਂ ਮਤਲਬ 10 ਕੁਐਸਚਨਸ ਨੂੰ ਆਰਾਮ ਨਾਲ ਪੜ੍ਹ ਸਕਦੇ ਹਾਂ ਅਤੇ ਦੁਬਾਰਾ ਤੋਂ ਸਕਿਮ ਵੀ ਕਰ ਸਕਦੇ ਹਾਂ। 2 ਵਾਰ ਸਕਿਮਿੰਗ ਹੋ ਸਕਦੀ ਹੈ। ਮੰਨ ਲਓ ਸਕਿਮਿੰਗ ਕਰਦੇ ਹਾਂ ਤਾਂ ਪਹਿਲਾਂ ਦੇਖੋ, ਜੇ ਤੁਸੀਂ ਸੈਕਿੰਡਸ ਨੂੰ ਨੋਟ ਕਰਨਾ ਤਾਂ ਇੱਦਾਂ ਵੀ ਨੋਟ ਕਰ ਸਕਦੇ ਹੋ ਕਿ ਜਿਵੇਂ ਮੈਂ ਪੜ੍ਹ ਰਿਹਾ ਤਾਂ ਕਿੱਦਾਂ ਸਕਿਮਿੰਗ ਕਰਨੀ ਹੈ। ਅ ਵਾਈਂਡਿੰਗ ਸਪਾਇਰਲ ਪਾਥ ਲੀਡਿੰਗ ਟੂ ਦ ਸੈਂਟਰਲ ਏਰੀਆ, ਪਹਿਲੀ ਜੀ ਹੋ ਗਈ ਡੈਫੀਨੇਸ਼ਨ ਦੀ, ਠੀਕ ਹੈ। ਫਿਰ ਇਹ ਆਪਾਂ ਵੇਟ ਕਰਨੀ ਹੈ ਕਦੋਂ ਬੋਲਦਾ ਹੈ ਉਹ। ਮੇਜ਼ਜ਼ ਆਰ ਅ ਟਾਈਪ ਆਫ ਡੈਸ਼, ਕਿਹੜੇ ਤਰ੍ਹਾਂ ਦੇ ਮੇਜ਼ਜ਼ ਹੁੰਦੇ ਨੇ। ਡੈਸ਼ ਇਜ਼ ਨੀਡਡ ਟੂ ਨੇਵੀਗੇਟ ਥਰੂ ਅ ਮੇਜ਼, ਕਿਆ ਚੀਜ਼ ਚਾਹੀਦੀ ਹੈ ਜਿਹੜੀ ਕਿ ਸਾਨੂੰ ਨੇਵੀਗੇਟ ਕਰੇ ਮੇਜ਼ ਦੇ ਵਿੱਚ ਨੇਵੀਗੇਸ਼ਨ ਦੇ ਲਈ ਸਾਨੂੰ ਕੁਛ ਚਾਹੀਦਾ ਜੀ। ਦ ਵਰਡ ਮੇਜ਼ ਇਜ਼ ਡਿਰਾਈਵਡ ਫਰੋਮ ਦ ਵਰਡ ਮੀਨਿੰਗ ਅ ਫੀਲਿੰਗ ਆਫ, ਕਿਸੇ ਚੀਜ਼ ਦੀ ਫੀਲਿੰਗ ਆਫ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਲੈਬਰਿੰਥ ਰਿਪਰਜੈਂਟ ਅ ਜਰਨੀ ਥਰੂ ਲਾਈਫ, ਦੇ ਹੈਵ ਫਰੀਕੁਐਂਟਲੀ ਬੀਨ ਯੂਜ਼ਡ ਇਨ ਡੈਸ਼ ਐਂਡ ਪ੍ਰੇਅਰ, ਕਿਸੇ ਚੀਜ਼ 'ਚ ਯੂਜ਼ ਕੀਤੇ ਗਏ ਨੇ ਅਤੇ ਐਂਡ ਪ੍ਰੇਅਰ 'ਚ ਵੀ ਹੈ। ਇਹ ਸਾਡਾ ਐਕਿਊਜ਼ ਹੋ ਜਾਂਦੇ ਨੇ, ਆਲਾ ਦੁਆਲਾ ਦੇ ਅੱਖਰ ਜਿਹੜੇ ਸਾਡੇ ਐਕਿਊਜ਼ ਬਣ ਜਾਂਦੇ ਨੇ। ਅਤੇ ਅਗਲਾ ਏਂਸ਼ੀਐਂਟ ਕਾਰਵਿੰਗ ਔਨ ਡੈਸ਼ ਹੈਵ ਬੀਨ ਫਾਊਂਡ ਅਕਰੋਸ ਮੈਨੀ ਕਲਚਰਸ, ਠੀਕ ਹੈ ਜੀ। ਔਨ ਏਂਸ਼ੀਐਂਟ ਕਾਰਵਿੰਗ ਕਿਹਨਾਂ ਚੀਜ਼ਾਂ 'ਤੇ ਪਾਈ ਗਈ ਹੈ, ਐਂਡ ਏਂਸ਼ੀਐਂਟ ਕਾਰਵਿੰਗ ਔਨ ਡੈਸ਼ ਹੈਵ ਬੀਨ ਫਾਊਂਡ, ਕਿਸੇ ਚੀਜ਼ ਦੇ ਉੱਤੇ ਏਂਸ਼ੀਐਂਟ ਕਾਰਵਿੰਗ ਬਣੀ ਹੈ ਉਹ ਲੱਭੀ ਹੈ ਜੀ ਸਾਨੂੰ। ਉਸ ਤੋਂ ਬਾਅਦ ਅਗਲੀ ਲਾਈਨ ਦੇ ਵਿੱਚ ਆਨਸਰ ਨਹੀਂ ਹੈ ਪਰ ਸਾਨੂੰ ਉਹਦੀ ਵੇਟ ਕਰਨੀ ਪਏਗੀ, ਉਹਨੂੰ ਸੁਣਨਾ ਪਏਗਾ ਕਿਉਂਕਿ ਵਿੱਚ ਸਾਡੇ ਬਹੁਤ ਪੌਜ਼ਿਸ ਆਉਣਗੇ। ਫਿਰ ਮੈਂ ਹੁਣ ਗਾਹਾਂ ਦੀ ਮੁੱਢ ਦੀ ਗੱਲ ਕਰੂੰਗਾ। ਇਸ ਤੋਂ ਬਾਅਦ the Paima, a Native American tribe, wove the symbol on basket. Ancient Greek used the symbol on dash। ਅਤੇ ਉਸ ਤੋਂ ਬਾਅਦ ਫਿਰ ਆਪਾਂ ਕਿਹਦੇ ਦੇ ਉੱਤੇ ਸਿੰਬਲ ਬਣਾਇਆ, ਏਂਸ਼ੀਐਂਟ ਗਰੀਕਸ ਨੇ, ਯੂਜ਼ ਦ ਸਿੰਬਲ ਔਨ ਡੈਸ਼। ਅਤੇ ਵਾਕਿੰਗ ਲੈਬਰਿੰਥ ਆ ਗਈਆਂ, ਉੱਤੋਂ ਲੈਬਰਿੰਥ ਆ ਗਈਆਂ। ਫਿਰ ਉਹ ਤੋਂ ਆ ਗਿਆ ਲਾਰਜੈਸਟ ਸਰਵਾਈਵਿੰਗ ਐਗਜ਼ਾਮਪਲ ਆਫ ਟਰਫ ਲਾਇਬਰਿੰਥ ਵੰਸ ਹੈਡ ਅ ਬਿਗ ਡੈਸ਼ ਐਟ ਇਟਸ ਸੈਂਟਰ, ਕੋਈ ਚੀਜ਼ ਵੱਡੀ ਜਿਹੜੀ ਹੈ ਜੀ, ਉਹਦਾ ਬਿਗ ਨਹੀਂ ਲਿਖਿਆ ਹੋਊਗਾ, ਬੋਲਿਆ ਜਾਊਗਾ ਸਿਨੋਨਿਮ ਬੋਲਿਆ ਜਾਏਗਾ, ਜਿੱਥੋਂ ਕਿ ਸਾਨੂੰ ਕਾਫੀ ਹੱਦ ਤੱਕ ਕਰੈਕ ਹੋ ਜਾਏਗਾ ਆਨਸਰ, ਬੜਾ ਸੌਖਾ ਸਮਝ ਆ ਜਾਏਗਾ। ਲੈਬਰਿੰਥ ਨਾਓ ਬਿਲੀਵ ਟੂ, ਹੁਣ ਨਾਓ ਡੇਜ਼ ਦੇ ਵਿੱਚ ਕੀ ਹੈ, ਬਿਲੀਵ ਟੂ ਹੈਵ ਅ ਬੈਨੀਫਿਸ਼ੀਅਲ ਇੰਪੈਕਟ ਔਨ ਅ ਮੈਂਟਲ ਐਂਡ ਦ ਫਿਜ਼ੀਕਲ ਹੈਲਥ। ਵਾਕਿੰਗ ਅ ਮੇਜ਼ ਕੈਨ ਰਿਡਿਊਸ ਅ ਪਰਸਨਸ ਡੈਸ਼ ਰੇਟ, ਕਿਹੜੀ ਰੇਟ ਜਿਹੜੀ ਬੰਦੇ ਦੀ ਉਹ ਘਟਾ ਸਕਦੀ ਹੈ, ਠੀਕ ਹੈ। ਮੇਜ਼ 'ਚ ਘੁੰਮਣ ਨਾਲ ਸਾਡੀ ਕਿਆ ਰੇਟ ਘੱਟ ਸਕਦੀ ਹੈ, ਕਿਸ ਚੀਜ਼ ਦੀ ਰੇਟ ਘੱਟ ਸਕਦੀ ਹੈ। ਪਰ ਉਸ ਤੋਂ ਬਾਅਦ ਸਾਡੀਆਂ ਲਾਈਨਾਂ 'ਚ ਆਨਸਰ ਨਹੀਂ ਹੈ ਪਰ ਆਪਾਂ ਫਿਰ ਵੀ ਉਹਨਾਂ ਦੇ ਨਾਲ ਦੀ ਨਾਲ ਤੁਰਨਾ। ਯੂਜ਼ਡ ਇਨ ਮੈਡੀਕਲ ਐਂਡ ਦਾ ਹੈਲਥ ਐਂਡ ਦਾ ਫਿਟਨੈਸ ਸੈਟਿੰਗ ਐਂਡ ਆਲਸੋ ਪ੍ਰਿਜ਼ਨ, ਇਹਨਾਂ 'ਤੇ ਵੀ ਯੂਜ਼ ਹੁੰਦੀ ਹੈ। ਪੋਪੂਲਰ ਵਿਦ ਪੇਸ਼ੈਂਟਸ, ਵਿਜ਼ਟਰਸ ਐਂਡ ਦਾ ਸਟਾਫ ਇਨ ਦਾ ਹਸਪੀਟਲਸ। ਪੇਸ਼ੈਂਟਸ, ਇਹ ਜਿੱਦਾਂ ਮੈਂ ਬੋਲ ਰਿਹਾ ਹੈ ਇਹ ਮੈਂ ਨਾਲ ਦੀ ਨਾਲ ਅੰਡਰਲਾਈਨ ਇੱਦਾਂ ਕਰਦੇ ਨੇ ਜਾਣਾ, ਠੀਕ ਹੈ। ਪੈਨ ਦੇ ਨਾਲ, ਪੈਨਸਿਲ ਦੇ ਨਾਲ, ਜਿੰਦਾ ਵੀ ਹੈ ਉਹਦੇ ਵਿੱਚ ਕੀਵਰਡਸ ਨੂੰ ਤੁਸੀਂ ਫਿਰ ਸਰਕਲ ਕਰ ਲੈਣਾ ਅਤੇ ਬਾਕੀ ਚੀਜ਼ ਨੂੰ ਅੰਡਰਲਾਈਨ ਕਰ ਲੈਣਾ ਤਾਂ ਕਿ ਤੁਹਾਨੂੰ ਸਾਰੀ ਚੀਜ਼ ਸਮਝ ਆ ਜਾਵੇ।
ਹੁਣ ਜਿਹੜੀ ਮੁੱਢ ਦੀ ਗੱਲ ਸਾਨੂੰ ਦਿਮਾਗ ਦੇ ਵਿੱਚ ਰੱਖਣ ਵਾਲੀ ਹੈ ਕਿ ਕਿਆ ਹੈ ਕਿ ਜਿਹੜੇ ਸਾਡੇ 10 ਦੇ 10 ਕੁਐਸਚਨ ਹੈ ਇਹਨਾਂ ਦੇ ਉੱਤੇ ਪਹਿਲਾਂ ਤਾਂ ਸਟ੍ਰੈਸ ਹੋਵੇਗੀ ਅਤੇ ਬਟ ਇਹਦੇ ਵਿੱਚ ਹੋਏਗਾ ਕਿਆ, ਇਹਦੇ ਵਿੱਚ ਹੋਏਗੀ ਸਪੀਚ, ਮੋਨੋਲੋਗ, ਕਿਸੇ ਚੀਜ਼ ਦੇ ਉੱਤੇ ਸਪੀਚ ਜਾਂ ਪ੍ਰੈਜੈਂਟੇਸ਼ਨ। ਜਦੋਂ ਆਪਾਂ ਪ੍ਰੈਜੈਂਟੇਸ਼ਨ ਦਿੰਦੇ ਹਾਂ ਜਦੋਂ ਆਪਾਂ ਪ੍ਰੈਜੈਂਟੇਸ਼ਨ ਦਿੰਦੇ ਹਾਂ ਤਾਂ ਪ੍ਰੈਜੈਂਟੇਸ਼ਨ ਦੇ ਵਿੱਚ ਸਾਡਾ ਕੀ ਹੁੰਦਾ ਹੈ ਕਿ ਆਪਾਂ ਕਿਸੇ ਚੀਜ਼ ਨੂੰ ਮੁੱਢ ਤੋਂ ਸਟਾਰਟ ਕਰਦੇ ਹਾਂ, ਫਿਰ ਉਹਦੇ ਮਿਡਲ 'ਤੇ ਆਉਂਦੇ ਹਾਂ, ਫਿਰ ਉਹਦੇ ਐਂਡ 'ਤੇ ਆਉਂਦੇ ਹਾਂ। ਇਹਦੇ ਵਿੱਚ ਵੀ ਐਵੇਂ ਹੀ ਹੋਏਗਾ, ਜਦੋਂ ਇਹਦੀ ਕਨਵਰਸੇਸ਼ਨ ਚੱਲੇਗੀ ਤਾਂ ਤੁਹਾਨੂੰ ਸਮਝ ਆਏਗਾ ਕਿ ਕਿਵੇਂ ਮੈਂ ਕਹਿ ਰਿਹਾ। ਗਾਹਾਂ ਦੀ ਚੀਜ਼ ਪੜ੍ਹਦੇ ਹਾਂ ਅਸੀਂ ਹੁਣ। ਪੋਪੂਲਰ ਵਿਦ ਪੇਸ਼ੈਂਟਸ, visitors and the staff in hospitals, patients who cannot walk can use a finger labyrinth, like made from किस चीज़ ना बनाए हुए, finger labyrinth किद ना बने हुए है। research has shown that Alzheimer suffers ਜਿਹੜਾ ਡਿਜ਼ੀਜ਼ ਹੈ ਉਹਦੇ ਨਾਲ ਜਿਹੜੇ ਸਫਰ ਕਰਦੇ ਨੇ ਐਕਸਪੀਰੀਅੰਸ ਲੈਸ ਡੈਸ਼, ਉਹਨਾਂ ਨੂੰ ਕਿਆ ਘੱਟ ਮਹਿਸੂਸ ਹੁੰਦਾ ਹੈ। ਹੁਣ ਚਲੋ ਸਾਨੂੰ ਇਹ ਸਾਰਾ ਮੀਨਿੰਗ ਪਤਾ ਲੱਗ ਗਿਆ। ਇਹਦੇ ਵਿੱਚ ਸਾਡੇ ਕੋਲ 1 ਮਿੰਟ ਦਾ ਟਾਈਮ ਹੁੰਦਾ ਹੈ। ਇਹ ਤਾਂ ਚਲੋ ਤੁਹਾਨੂੰ ਦੱਸ ਰਿਹਾ ਤਾਂ ਸਮਾਂ ਲੱਗ ਰਿਹਾ, ਪਰ ਜਦੋਂ ਆਪਾਂ ਪੜ੍ਹਦੇ ਹਾਂ ਤਾਂ 30 ਸੈਕਿੰਡਸ ਦੇ ਵਿੱਚ ਬੰਦਾ ਤੇਜ਼ ਇਹਨੂੰ ਪੜ੍ਹ ਲੈਂਦਾ ਹੈ। ਫਿਰ ਉਸ ਤੋਂ ਬਾਅਦ ਸੈਕਿੰਡ ਟਾਈਮ ਜਦੋਂ ਪੜ੍ਹਦਾ ਹੈ, ਮੰਨ ਲਓ ਤੁਸੀਂ ਸੈਕਿੰਡ ਟਾਈਮ ਦੇ ਵਿੱਚ 36 ਤੱਕ ਪੜ੍ਹ ਸਕੇ, 37, 38, 39, 40 ਨਹੀਂ ਪੜ੍ਹ ਸਕੇ ਤਾਂ 37 ਤੱਕ ਹੀ ਪੜ੍ਹੋ। ਫਿਰ ਮੁੜ ਕੇ ਜਦੋਂ ਬੰਦਾ ਆਨਸਰ ਦੇਣਾ ਸ਼ੁਰੂ ਕਰੂਗਾ ਜਾਂ ਬੋਲੂਗਾ, ਨਾਓ ਯੂ ਹੈਵ ਟੂ ਆਨਸਰ ਫਰੋਮ ਲਾਈਕ 31 to 40, ਫਿਰ ਉੱਤੇ ਕੰਸਨਟਰੇਟ ਕਰੋ। ਮੁੱਢ ਤੋਂ ਲੈ ਕੇ ਸਟਾਰਟ ਤੋਂ ਲੈ ਕੇ ਐਂਡ ਤੱਕ ਪੂਰੇ ਫੋਕਸ ਦੇ ਨਾਲ ਹਰ ਇੱਕ ਵਰਡ ਦੀ ਵੇਟ ਕਰੋ ਕਿ ਕਦੋਂ ਉਹ ਵਰਡ ਬੋਲਿਆ ਜਾਂਦਾ। ਜਦੋਂ ਇੱਕ ਵਾਰੀ ਵਰਡ ਬੋਲਿਆ ਗਿਆ ਦੁਬਾਰਾ ਤੋਂ ਨਹੀਂ ਬੋਲਿਆ ਜਾਏਗਾ, ਇਸ ਚੀਜ਼ ਦੀ ਗਾਰੰਟੀ ਹੈ। ਦੂਜੀ ਚੀਜ਼, ਤੁਸੀਂ ਸਟ੍ਰੈਸ ਦੇ ਉੱਤੇ ਧਿਆਨ ਦੇਣਾ, ਕਿਸ ਵਰਡ ਦੇ ਉੱਤੇ ਸਟ੍ਰੈਸ ਆਉਂਦੀ ਹੈ। ਬਾਕੀ ਚੀਜ਼ ਹੈਗੀ ਹੈ ਕਿ ਤੁਸੀਂ ਕੀਵਰਡਸ ਦੇ ਉੱਤੇ ਧਿਆਨ ਦੇਣਾ। ਸ਼ੁਰੂ ਕਰਦੇ ਹਾਂ। 4. You will hear an anthropology student giving a presentation on spiral path designs known as labyrinths. First, you have some time to look at questions 31 to 40. ਹੁਣ ਇਹ ਉਹ ਸਮਾਂ ਜਿਹੜਾ ਸਾਨੂੰ ਉਹ 30 ਸੈਕਿੰਡਸ ਤੋਂ ਬਾਅਦ ਵਾਲਾ ਸਮਾਂ, 1 ਮਿੰਟ ਦਾ ਸਮਾਂ, ਇਹਦੇ ਵਿੱਚ ਸਾਨੂੰ ਜਿਹੜਾ ਸਮਾਂ ਮਿਲਿਆ ਵਾਧੂ ਸਮਾਂ ਹੋਏਗਾ। ਤੁਸੀਂ ਕਾਊਂਟ ਵੀ ਕਰ ਲਿਓ ਕਿ ਸਾਡੇ ਕੋਲ ਤਕਰੀਬਨ 45 ਸੈਕਿੰਡਸ ਤਾਂ ਮਿਲਣਗੇ ਮਿਨੀਮਮ। ਫਿਰ ਉਹਦੇ ਵਿੱਚ ਸਾਡੇ ਕੋਲ ਕਾਫੀ ਚੀਜ਼ ਪੜ੍ਹ ਹੋ ਸਕਦੀ ਹੈ। ਫਿਰ ਮੇਰੇ ਹਿਸਾਬ ਨਾਲ ਉਹਦੇ ਵਿੱਚ ਕੰਸਨਟਰੇਸ਼ਨ ਸਾਡੀ ਮੈਕਸੀਮਮ ਹੋਣੀ ਚਾਹੀਦੀ ਤਾਂ ਕਿ ਆਪਾਂ ਕਿਸੇ ਚੀਜ਼ ਦਾ ਫੋਕਸ ਨਾ ਲੂਜ਼ ਕਰੀਏ। ਚਲੋ, ਮੇਜ਼ਜ਼ ਆਰ ਦਾ ਟਾਈਪ ਆਫ ਡੈਸ਼, dash is needed to navigate through maze। ਤੇ ਫਿਰ ਆ ਗਿਆ they have frequently been used in dash and prayer and ancient carving on dash have been found। ਠੀਕ ਹੈ ਜੀ। ancient Greek used the symbol on dash। ਠੀਕ ਹੈ। the largest surviving example of the turf labyrinth once had been a big dash at its center। ਫਿਰ ਤੋਂ ਬਾਅਦ ਆ ਗਿਆ walking a maze can reduce a person's dash rate। ਅਤੇ ਉਸ ਤੋਂ ਬਾਅਦ ਆ ਗਿਆ ਸਾਡਾ patients who can't walk can use fingers labyrinth made from dash। ਅਤੇ ਰਿਸਰਚ ਹੈਜ਼ ਸ਼ੋਨ ਦੈਟ ਐਲਜ਼ਹeimer ਸਫਰਰਸ ਐਕਸਪੀਰੀਅੰਸ ਅ ਲੈਸ ਡੈਸ਼। ਠੀਕ ਹੈ ਜੀ, ਉਹਨਾਂ ਨੂੰ ਘੱਟ ਕਿਆ ਕੋਈ ਚੀਜ਼ ਮਹਿਸੂਸ ਹੁੰਦੀ। ਹੁਣ ਦੇਖ ਲਓ, ਦੂਸਰੀ ਵਾਰ ਵੀ ਪੜ੍ਹ ਸਕਦੇ ਹਾਂ। ਮੇਜ਼ਜ਼ ਆਰ ਟਾਈਪ ਆਫ ਡੈਸ਼, ਇੱਦਾਂ ਦਾ ਕਰਕੇ ਆਪਾਂ ਪੜ੍ਹਨਾ ਅਤੇ 36 ਤੱਕ carefully and answer questions 31 to 40. ਚਲੋ ਜੀ, ਸ਼ੁਰੂ ਕਰਦੇ ਹਾਂ। Labyrinths have existed for well over 4,000 years. Labyrinths and labyrinthine symbols have been found in regions as diverse as modern-day Turkey, Ireland, Greece, and India. There are various designs of labyrinth, but what they all have in common is a winding spiral path which leads to a central area. There is one starting point at the entrance, and the goal is to reach the central area. Finding your way through a labyrinth involves many twists and turns, but it's not possible to get lost, as there is only one single path. In modern times, the word labyrinth has taken on a different meaning and is often used as a synonym for a maze. A maze is quite different, as it is a kind of puzzle with an intricate network of paths. Mazes became fashionable in the 15th and 16th centuries in Europe and can still be found in the gardens of great houses and palaces. The paths are usually surrounded by thick, high hedges so that it's not possible to see over them. Entering a maze usually involves getting lost a few times before using logic to work out the pattern and find your way to the center and then out again.
There are lots of dead ends and paths which lead you back to where you started. The word maze is believed to come from a Scandinavian word for a state of confusion. This is where the word amazing comes from. Labyrinths, on the other hand, have a very different function. Although people now often refer to things they find complicated as labyrinths, this is not how they were seen in the past. The winding spiral of the labyrinth has been used for centuries as a metaphor for life's journey. It served as a spiritual reminder that there is purpose and meaning to our lives, and helped to give people a sense of direction. Labyrinths are thought to encourage a feeling of calm, and have been used as a meditation and prayer tool in many cultures over many centuries. The earliest examples of the labyrinth spiral pattern have been found carved into stone, from Sardinia to Scandinavia, from Arizona to India to Africa. In Europe, these spiral carvings date from the late Bronze Age. The Native American Pima tribe wove baskets with a circular labyrinth design that depicted their own cosmology. In ancient Greece, the labyrinth spiral was used on coins around 4,000 years ago. Labyrinths made of mosaics were commonly found in bathhouses, villas, and tombs throughout the Roman Empire. In Northern Europe, there were actual physical labyrinths designed for walking on. These were cut into the turf or grass, usually in a circular pattern. The origin of these walking labyrinths remains unclear, but they were probably used for fertility rites, which may date back thousands of years. 11 examples of turf labyrinths survive today, including the largest one at Saffron Walden, England, which used to have a large tree in the middle of it. More recently, labyrinths have experienced something of a revival. Some believe that walking a labyrinth promotes healing and mindfulness, and there are those who believe in its emotional and physical benefits, which include slower breathing and a restored sense of balance and perspective. This idea has become so popular that labyrinths have been laid into the floors of spas, wellness centres, and even prisons in recent years. A pamphlet at Colorado Children's Hospital informs patients that walking a labyrinth can often calm people in the midst of a crisis. And apparently, it's not only patients who benefit. Many visitors find walking a labyrinth less stressful than sitting in a corridor or waiting room. Some doctors even walk the labyrinth during their breaks. In some hospitals, patients who can't walk can have a paper finger labyrinth brought to their bed. The science behind the theory is a little sketchy, but there are dozens of small-scale studies which support claims about the benefits of labyrinths. For example, one study found that walking a labyrinth provided short-term calming, relaxation and relief from anxiety for Alzheimer's patients. So what is it about labyrinths that makes their appeal so universal? That is the end of part 4. You now have 1 minute to check your answers to part 4. ਹੁਣ ਜਿਹੜਾ ਸਾਨੂੰ 1 ਮਿੰਟ ਮਿਲਣਾ ਹੈ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਆਪਣੇ ਆਨਸਰਸ ਨੂੰ ਵਾਕਈ ਚੈੱਕ ਕਰਨਾ ਹੈ ਕਿ ਕਿਹੜੇ ਕਿਹੜੇ ਸਾਡੇ ਆਨਸਰਸ ਅਸੀਂ ਆਪਾਂ ਇੱਥੇ ਲਿਖੇ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਆਨਸਰ ਲਿਖਿਆ ਸੀਗਾ ਪਜ਼ਲ। ਤਾਂ ਪਜ਼ਲ ਦੇ ਵਿੱਚ ਜੇ ਐਸ ਔਰ ਈਐਸ ਤੁਹਾਨੂੰ ਕਨਫਿਊਜ਼ਨ ਹੈ ਤਾਂ ਤੁਸੀਂ ਬ੍ਰੈਕਟ 'ਚ ਐਸ ਔਰ ਈਐਸ ਪਾ ਸਕਦੇ ਹੋ, ਡਿਪੈਂਡ ਕਰਦਾ ਕਿ ਕਿਵੇਂ ਤੁਸੀਂ ਪਜ਼ਲ ਦੇ ਸਪੈਲਿੰਗ ਲਿਖਦੇ ਹੋ। ਡੈਸ਼ ਇਜ਼ ਨੀਡਡ ਟੂ ਨੈਵੀਗੇਟ ਥਰੂ ਅ ਮੇਜ਼। ਸਾਡੇ ਕੋਲ ਕੀ ਹੋਣਾ ਚਾਹੀਦਾ, ਸਾਡੇ ਕੋਲ ਲੌਜਿਕ ਹੋਣਾ ਚਾਹੀਦਾ। ਤਾਂ ਕੈਪੀਟਲ ਲੈਟਰ ਦੇ ਵਿੱਚ ਆਪਾਂ ਲੌਜਿਕਸ ਨਹੀਂ ਹੋ ਸਕਦਾ, ਲੌਜਿਕ ਹੀ ਹੋ ਸਕਦਾ ਸਾਡੇ ਕੋਲ। ਦਾ ਵਰਡ ਮੇਜ਼ ਇਜ਼ ਡਰਾਈਵਡ ਫਰੋਮ ਦਾ ਵਰਡ ਮੀਨਿੰਗ ਅ ਫੀਲਿੰਗ ਆਫ ਸਮਥਿੰਗ ਹੈ ਨਾ। ਇਹਦੇ ਵਿੱਚ ਜਿਹੜਾ ਸਾਡਾ ਜਿਹੜਾ ਆਨਸਰ ਸੀ ਆਪਾਂ ਬੜੇ ਆਰਾਮ ਦੇ ਨਾਲ ਲੱਭ ਲਿਆ ਸੀ। ਅਤੇ ਜਿਹੜਾ ਸਾਡਾ ਆਨਸਰ ਸੀਗਾ ਇਹਦੇ ਵਿੱਚ ਉਹ ਜਿਹੜਾ ਮਤਲਬ ਆਨਸਰ ਸੀਗਾ ਉਹ ਕਿਆ ਸੀਗਾ, ਫਰੋਮ ਅ ਵਰਡ ਮੀਨਿੰਗ ਅ ਫੀਲਿੰਗ ਆਫ ਕਨਫਿਊਜ਼ਨ। ਜਿੱਥੇ ਤੇ ਮੈਨੂੰ ਯਾਦ ਹੈ ਆਪਾਂ ਕਨਫਿਊਜ਼ਨ ਲਿਖਿਆ ਸੀ, ਤਾਂ ਉੱਥੇ ਆਪਾਂ ਫਿਰ ਕਨਫਿਊਜ਼ਨ ਜਿਹੜਾ ਚੈੱਕ ਕਰ ਲਾਂਗੇ, ਕਨਫਿਊਜ਼ਨ ਦੇ ਸਪੈਲਿੰਗ ਚੈੱਕ ਕਰਾਂਗੇ ਕਿ ਆਪਾਂ ਕਿਵੇਂ ਲਿਖਾਂਗੇ। ਤਾਂ ਕਨਫਿਊਜ਼ਨਸ ਨਹੀਂ ਹੋ ਸਕਦੀਆਂ, ਕਨਫਿਊਜ਼ਨ, ਠੀਕ ਹੈ, ਕਨਫਿਊਜ਼ਨਸ ਨਹੀਂ ਹੋ ਸਕਦਾ, ਕਨਫਿਊਜ਼ਨ ਹੀ ਹੋਏਗਾ।
ठीक है। स्पैलिंग प्रॉपरली होने चाहिए ने। ਉਹਦੇ ਲਈ 1200 वर्ड्स वाली जी वीडियो अगली वीडियो आने वाली है, ठीक है जी। तो ਇਹਦੇ ਵਿੱਚ ਹੋਰ ਕੀ ਦੇਖਣਾ, ਜਿਹੜੇ ਗਾਹਾਂ ਦੇ ਵਰਡਸ ਵੀ ਹੈ ਜਿਹੜੇ ਆਪਾਂ ਆਰਾਮ ਦੇ ਨਾਲ ਸਾਨੂੰ ਲੱਭ ਗਏ ਨੇ, ਉਹ ਕਿਹੜੇ ਨੇ? ਏਂਸ਼ੀਅੰਟ ਕਾਰਵਿੰਗ ਔਨ ਡੈਸ਼, ਸਭ ਨੂੰ ਪਹਿਲਾਂ ਤਾਂ ਸਟੋਨ 'ਤੇ ਸੀ, ਫਿਰ ਸਾਡੀ ਆਈ ਲਾਈਕ ਸਿੰਬਲ ਔਨ ਲਾਈਕ ਸਮਥਿੰਗ ਲਾਈਕ ਕੁਆਇਨ ਆਈ ਥਿੰਕ। ਅਤੇ ਕੁਆਇਨ ਦੇ ਵਿੱਚ ਸਾਨੂੰ ਪ੍ਰੋਬਲਮ ਹੈ ਤਾਂ ਇਹਨਾਂ ਦੇ ਵਿੱਚ ਸਾਰਿਆਂ 'ਚ ਐਸ ਔਰ ਐਸ ਪਾਇਆ ਜਾ ਸਕਦਾ, ਤਾਂ ਨਾ ਤੁਹਾਡਾ ਉਹ ਗਲਤ ਕਰ ਸਕਦੇ ਨੇ। ਜੇ ਸਹੀ ਹੈਗਾ ਤਾਂ ਸਿੰਗੂਲਰ ਹੈ ਤਾਂ ਵੀ ਠੀਕ ਹੈ, ਜੇ ਪਲੂਰਲ ਹੈ ਤਾਂ ਵੀ ਠੀਕ ਹੈ, ਕੋਈ ਚੱਕਰ ਨਹੀਂ ਇਹਦੇ ਵਿੱਚ। ਬਿਨਾਂ ਝਿਜਕੇ ਤੁਸੀਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ। ਦ ਲਾਰਜੈਸਟ ਸਰਵਾਈਵਿੰਗ ਐਗਜ਼ਾਮਪਲ ਆਫ ਦ ਟਰਕ ਲੈਬਰਿੰਥ ਵਨਸ ਹੈਡ ਅ ਬਿਗ ਡੈਸ਼ ਐਟ ਇਟਸ ਸੈਂਟਰ। ਇਹਦੇ ਵਿੱਚ ਸਾਡੇ ਕੋਲ ਆਨਸਰ ਸੀਗਾ ਸਾਡਾ ਟਰੀ, ਠੀਕ ਹੈ। ਅਤੇ ਇਹਦੇ ਵਿੱਚ ਮੇਰੇ ਹਿਸਾਬ ਨਾਲ ਸਾਡਾ ਆਨਸਰ ਵੀ ਸਹੀ ਸੀਗਾ। ਬਾਅਦ ਦੇ ਵਿੱਚ ਚੈੱਕ ਕਰਾਂਗੇ ਤਾਂ ਮੈਂ ਉਹ ਲਿਸਟ ਤੁਹਾਨੂੰ ਪਾ ਦਿਆਂਗਾ ਕਿ ਕਿਹੜੇ ਸਾਡੇ ਆਨਸਰ ਸੀਗੇ। ਅਤੇ ਟਰੀ ਸਾਡਾ ਆਨਸਰ ਹੋ ਸਕਦਾ। ਅਤੇ ਸਿੰਗੂਲਰ ਪਲੂਰਲ ਵਾਲਾ ਜਿਹੜਾ ਤੁਹਾਨੂੰ ਮੈਂ ਉਹ ਟਿਪ ਦੇ ਰਿਹਾ, ਉਹ ਬਹੁਤ ਹੀ ਇੰਪੋਰਟੈਂਟ ਹੈ। ਉਹਦੇ ਵਿੱਚ ਨਾ ਬੰਦਾ ਫਿਰ ਕਨਫਿਊਜ਼ ਰਹਿੰਦਾ ਹੈ ਕਿ ਸਾਡਾ ਸਿੰਗੂਲਰ ਜਾਂ ਪਲੂਰਲ ਦੇ ਵਿੱਚ ਬ੍ਰੈਕਟ 'ਚ ਐਸ ਔਰ ਯੈਸ, ਔਰ ਲਿਸਨਿੰਗ 'ਚ ਹੀ ਪੋਸੀਬਲ ਹੈ ਇਹ ਚੀਜ਼, ਰੀਡਿੰਗ 'ਚ ਇਹ ਪੋਸੀਬਲ ਨਹੀਂ ਹੈ। ਉਸ ਤੋਂ ਬਾਅਦ ਗਾਹਾਂ ਦਾ ਆਨਸਰ ਸਾਡਾ ਕੈਨ ਰਿਡਿਊਸ ਪਰਸਨਸ ਡੈਸ਼ ਰੇਟ, ਬਰੀਦਿੰਗ ਰੇਟ ਹੋ ਸਕਦਾ ਹੈ। ਤਾਂ ਬਰੀਦਿੰਗ ਰੇਟ ਆਪਾਂ ਇਹਦੇ ਵਿੱਚ ਲਿਖ ਦਿੱਤਾ। ਬਰੀਦਿੰਗ ਦੇ ਸਪੈਲਿੰਗ ਸਾਡੇ ਚੈੱਕ ਕਰਨੇ ਪੈਣਗੇ ਸਾਨੂੰ। ਬਰੀਦਿੰਗ ਰੇਟ ਸਾਡਾ ਆਨਸਰ ਆ ਜਾਏਗਾ। ਉਸ ਤੋਂ ਬਾਅਦ ਸਾਡਾ ਆਏਗਾ ਲਾਈਕ ਯੂਜ਼ਡ ਇਨ ਮੈਡੀਕਲ ਐਂਡ ਹੈਲਥ। ਮੈਂ ਤੁਹਾਨੂੰ ਕਿਹਾ ਸੀ ਕਿ ਸਾਰੀ ਚੀਜ਼ ਪੜ੍ਹਨੀ ਹੈ, ਕੋਈ ਚੀਜ਼ ਐਸੀ ਹੈ ਜਿਹੜੀ ਛੱਡਣੀ ਨਹੀਂ ਹੈਗੀ, ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਇੰਪੋਰਟੈਂਟ ਨਹੀਂ ਹੈ, ਸਾਰੀ ਚੀਜ਼ ਪੜ੍ਹਨੀ ਹੈ ਤਾਂ ਕਿ ਆਪਾਂ ਨਾਲੇ ਨਾਲ ਚੱਲਦੇ ਰਹੀਏ। ਪੇਸ਼ੈਂਟਸ ਹੂ ਕਾਂਟ ਵਾਕ ਕੈਨ ਯੂਜ਼ ਫਿੰਗਰ ਲੈਬਰਿੰਥ ਮੇਡ ਫਰੋਮ, ਕਿਸ ਚੀਜ਼ ਨਾਲ? ਪੇਪਰ ਦੇ ਨਾਲ। ਪੇਪਰ ਫਿੰਗਰ ਲੈਬਰਿੰਥ ਇਕੱਠਾ ਬੋਲਿਆ ਗਿਆ ਸੀ ਤਾਂ ਮੈਂ ਉੱਥੋਂ ਹੀ ਪਿਕ ਕੀਤਾ ਕਿ ਆਨਸਰ ਪੇਪਰ ਹੋ ਸਕਦਾ। ਅਤੇ ਉਸ ਤੋਂ ਬਾਅਦ ਸਾਡਾ ਆ ਗਿਆ ਲਾਸਟ ਕੁਐਸਚਨ, ਜਿਹੜਾ ਕਿਸੇ ਰਿਸਰਚ ਹੈਜ਼ ਸ਼ੋਨ ਦਾ ਐਲਜ਼ਾਈਮਰ ਸਫਰਰਸ ਐਕਸਪੀਰੀਅੰਸ ਲੈਸ ਐਨਜ਼ਾਈਟੀ। ਐਨਜ਼ਾਈਟੀ ਆਮ ਤੌਰ 'ਤੇ ਵਰਡ ਤੁਸੀਂ ਉਹ 1200 ਅੱਖਰਾਂ ਦੇ ਵਿੱਚ ਵੀ ਦੇਖੋਗੇ। ਐਨਜ਼ਾਈਟੀ ਇੱਕ ਵਰਡ ਬਹੁਤ ਐਕੈਡੈਮਿਕ ਹੈ, ਤਾਂ ਆਨਸਰਸ ਦੇ ਵਿੱਚ ਆਮ ਤੌਰ 'ਤੇ ਆਉਂਦਾ ਹੈ। ਅਤੇ ਐਨਜ਼ਾਈਟੀ ਦਾ ਮਤਲਬ ਵੀ ਉਹੀ ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਦੀ ਸਟਰੈਸ ਲੈਂਦੇ ਹਾਂ, ਠੀਕ ਹੈ। ਤਾਂ ਇਹ ਜਿਹੜੇ ਸਾਡੇ ਸਾਰੇ ਆਨਸਰ ਸਾਨੂੰ ਲੱਭਣੇ ਬੜੇ ਸੌਖੇ ਇਸ ਕਰਕੇ ਹੋ ਗਏ ਕਿਉਂਕਿ ਆਪਾਂ 2 ਵਾਰ ਆਪਾਂ ਸਕਿਮਿੰਗ ਕੀਤੀ, ਜਾਂ ਕਹਿ ਸਕਦੇ ਹਾਂ ਬੜੇ ਧਿਆਨ ਦੇ ਨਾਲ ਸਕਿਮਿੰਗ ਕੀਤੀ। ਜਦੋਂ ਤੁਸੀਂ ਅਸਲ ਦੇ ਵਿੱਚ ਕਰੋਗੇ ਤਾਂ 2 ਵਾਰ ਤੁਹਾਡੇ ਕੋਲ ਕਰਨ ਦਾ ਸਮਾਂ ਹੋਏਗਾ। ਮੈਂ ਗਾਰੰਟੀ ਲੈਣਾ ਇਸ ਚੀਜ਼ ਦੀ ਕਿ ਤੁਸੀਂ ਆਰਾਮ ਦੇ ਨਾਲ ਇਸ ਨੂੰ 2 ਵਾਰ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਅਟੈਂਪਟ ਕਰਨਾ ਬੜਾ ਆਸਾਨ ਹੋ ਜਾਏਗਾ। ਅਤੇ ਇਸ ਤੋਂ ਬਾਅਦ ਜਦੋਂ ਤੁਹਾਨੂੰ ਸਮਾਂ 10 ਮਿੰਟ ਦਾ ਮਿਲੇਗਾ, ਉਹਦੇ ਵਿੱਚ ਤੁਸੀਂ ਇਹ ਧਿਆਨ ਰੱਖਣਾ ਕਿ ਤੁਹਾਡੇ ਬਾਕਸਿਸ ਤੋਂ ਬਾਹਰ ਕੋਈ ਆਨਸਰ ਨਾ ਜਾਵੇ, ਅਤੇ ਜਿਹੜੇ ਆਨਸਰਸ ਹੈ ਉਹ ਕੈਪੀਟਲ ਲੈਟਰਸ ਲਿਖੋ। ਅਤੇ ਆਮ ਤੌਰ 'ਤੇ ਬੱਚੇ ਮਿਸਟੇਕ ਕਿਸ ਚੀਜ਼ ਦੀ ਕਰਦੇ ਨੇ ਕਿ ਜੋ ਚੀਜ਼ ਆਪਾਂ ਕੈਪੀਟਲ ਲੈਟਰ 'ਚ ਲਿਖਦੇ ਹਾਂ ਉਹਨਾਂ ਦੇ 'ਚ ਇੱਕ ਅੱਧਾ ਅੱਖਰ ਸਮੋਲ ਲੈਟਰ 'ਚ ਪੈ ਜਾਂਦਾ ਹੈ। ਕਿਉਂਕਿ ਸਾਨੂੰ ਆਪਾਂ ਜਦੋਂ ਇਸ ਸ਼ੀਟ ਦੇ ਉੱਤੇ ਲਿਖਦੇ ਹਾਂ, ਜਿਹੜੀ ਸ਼ੀਟ ਸਾਨੂੰ ਕੁਐਸਚਨ ਸ਼ੀਟ ਮਿਲਦੀ ਹੈ, ਉਹਦੇ ਵਿੱਚ ਅਸੀਂ ਬੜੇ ਸਿੰਪਲ ਤਰੀਕੇ ਨਾਲ ਸ਼ਾਰਟ ਹੈਂਡ ਦੇ ਵਿੱਚ ਆਪਾਂ ਬੜੇ ਤੇਜ਼ੀ ਨਾਲ ਆਨਸਰ ਲਿਖਦੇ ਹਾਂ। ਤਾਂ ਉਹੀ ਚੀਜ਼ ਆਪਾਂ ਕਈ ਵੇਲੇ ਉੱਥੇ ਉਤਾਰ ਦਿੰਦੇ ਹਾਂ। ਤਾਂ ਬੜੇ ਕੇਅਰਫੁਲ ਹੋ ਕੇ ਚੈੱਕ ਕਰਕੇ ਆਪਣੇ ਸਪੈਲਿੰਗਸ ਲਿਖਣੇ। ਐਸ ਔਰ ਐਸ ਵਾਲਾ ਪੁਆਇੰਟ ਨੂੰ ਆਪਣੇ ਦਿਮਾਗ 'ਚ ਰੱਖਣਾ ਕਿ ਆਪਾਂ ਕਿਵੇਂ ਉਸ ਚੀਜ਼ ਨੂੰ ਕਿੱਥੇ ਪਾ ਸਕਦੇ ਹਾਂ, ਕਿੱਥੇ ਨਹੀਂ ਪਾ ਸਕਦੇ। ਹਰ ਥਾਂ 'ਤੇ ਐਸ ਔਰ ਐਸ ਨਾ ਟਿਕਾ ਦਿਓ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇੱਥੇ 2 ਵਾਰ ਦੂਸਰੀ ਵਾਰ ਮੈਂ ਇਹ ਪਲੂਰਲ 'ਚ ਸੁਣਿਆ ਤਾਂ ਉਸ ਚੀਜ਼ 'ਤੇ ਹੀ ਲਾਇਓ ਉਹਨੂੰ, ਅਤੇ ਫਿਰ ਤੁਹਾਨੂੰ ਇਸ ਚੀਜ਼ ਨਾਲ ਕਾਫੀ ਚੀਜ਼ ਸਿੱਖਣ ਨੂੰ ਮਿਲੇਗੀ ਅਤੇ ਤੁਹਾਡੀ ਪ੍ਰੈਕਟਿਸ ਵੀ ਹੋਏਗੀ ਉਸ ਚੀਜ਼ ਦੀ। ਅਤੇ ਜਦੋਂ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਹੋਇਆ ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਦੈਟ ਵੀ ਹੈਵ ਗੋਟਨ ਸਮ ਬੈਨੀਫਿਟ ਆਊਟ ਆਫ ਯੂਰ ਵੀਡੀਓ। ਅਤੇ ਟਿਲ ਦੈਨ ਬਾਏ ਬਾਏ, ਟੇਕ ਕੇਅਰ, ਗੁੱਡ ਨਾਈਟ।